ਸਤਿ ਸ਼੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਨਜ਼ਾਬਤ ਦੀ ਵਾਰ ਦੇ ਕਾਵਿਬੰਧ ਕਰਨਾਲ ਦੀ ਲੜਾਈ ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਜਾ ਰਹੇ ਹਾਂ। ਇਹ ਕਾਵਿਬੰਧ ਨਜ਼ਾਬਤ ਦੀ ਵਾਰ ਨਾਦਰ ਸ਼ਾਹ ਦੇ ਵਿੱਚ ਕਰਨਾਲ ਦੀ ਲੜਾਈ ਸਿਰਲੇਖ ਹੇਠ ਦਰਜ ਹੈ। ਇਸ ਕਾਵਿਬੰਧ ਵਿੱਚ ਨਜ਼ਾਬਤ ਨੇ ਨਾਦਰ ਸ਼ਾਹ ਅਤੇ ਮੁਹੰਮਦ ਸ਼ਾਹ ਰੰਗੀਲੇ ਦੀਆਂ ਫੌਜਾਂ ਦੇ ਵਿੱਚ ਕਰਨਾਲ ਦੇ ਮੈਦਾਨ ਵਿੱਚ ਹੋਣ ਵਾਲੇ ਭਿਆਨਕ ਯੁੱਧ ਦਾ ਬਿਆਨ ਕੀਤਾ ਹੈ। ਕਵੀ ਕਹਿ ਰਿਹਾ ਹੈ ਕਿ ਜਦੋਂ ਈਰਾਨੀ ਸੈਨਾ ਮੁਹੰਮਦ ਜੋ ਨਾਦਰ ਸ਼ਾਹ ਦੀ ਈਰਾਨੀ ਸੈਨਾ ਫੌਜ ਅਤੇ ਮੁਹੰਮਦ ਸ਼ਾਹ ਰੰਗੀਲੇ ਦੀਆਂ ਸੈਨਾਵਾਂ ਕਰਨਾਲ ਦੇ ਮੈਦਾਨ ਦੇ ਵਿੱਚ ਆਮੋ ਸਾਹਮਣੇ ਹੋਈਆਂ ਹਨ ਤਾਂ ਉਸ ਵੇਲੇ ਬੜਾ ਘਮਾਸਾਨ ਯੁੱਧ ਹੋਇਆ ਹੈ। ਉਸ ਦਾ ਦ੍ਰਿਸ਼ ਵਰਣਨ ਕਰਦਿਆਂ ਹੋਇਆਂ ਕਵੀ ਲਿਖ ਰਿਹਾ ਹੈ ਕਿ ਦੋਹੀਂ ਦਲੀ ਮੁਕਾਬਲੇ ਰਣ ਸੂਰੇ ਗੜਕਨ। ਦੋਹਾਂ ਦਲਾਂ ਦੇ ਵਿੱਚ ਭਾਵ ਈਰਾਨੀ ਸੈਨਾਵਾਂ ਅਤੇ ਮੁਗਲ ਸੈਨਾਵਾਂ ਦੋਹਾਂ ਦਲਾਂ ਦੇ ਵਿੱਚ ਜੋ ਸੀ ਕਰੜਾ ਮੁਕਾਬਲਾ ਹੋ ਰਿਹਾ ਸੀ। ਬਹੁਤ ਹੀ ਜ਼ਬਰਦਸਤ ਮੁਕਾਬਲਾ ਸੀ ਕਿਉਂਕਿ ਵਾਰ ਦੀ ਇਹ ਖਾਸੀਅਤ ਹੈ ਕਿ ਦੋਹੇਂ ਦਲ ਜਿਹੜੇ ਹੁੰਦੇ ਹਨ ਉਹ ਬਰਾਬਰ ਦੀ ਟੱਕਰ ਵਾਲੇ ਹੁੰਦੇ ਹਨ। ਭਾਵ ਈਰਾਨੀ ਸੈਨਾਵਾਂ ਵੀ ਕਿਸੇ ਪੱਖੋਂ ਘੱਟ ਨਹੀਂ ਸਨ ਅਤੇ ਮੁਹੰਮਦ ਸ਼ਾਹ ਰੰਗੀਲੇ ਦੀ ਸੈਨਾ ਜੋ ਸੀ ਉਹ ਵੀ ਪੂਰੀ ਜੋ ਸੀ ਤਾਕਤ ਪੱਖੋਂ ਕਾਬਿਲ ਸੀ। ਇਸ ਲਈ ਦੋਹਾਂ ਦਲਾਂ ਦੇ ਵਿੱਚ ਬੜਾ ਜ਼ਬਰਦਸਤ ਮੁਕਾਬਲਾ ਹੋ ਰਿਹਾ ਹੈ। ਰਣ ਮੈਦਾਨੀ ਜੰਗ ਦੇ ਵਿੱਚ ਸੂਰੇ ਭਾਵ ਸੂਰਮੇ ਦੋਹਾਂ ਧਿਰਾਂ ਦੇ ਗੜਕਣ ਗਰਜ ਰਹੇ ਸਨ ਇੱਕ ਦੂਜੇ ਨੂੰ ਵੇਖ ਵੇਖ ਕੇ। ਚੜ ਤੋਹਫਾਂ ਗੱਡੀ ਟੁੱਕੀਆਂ ਲੱਖ ਸੰਗਲ ਖੜਕਣ। ਗੱਡੀਆਂ ਦੇ ਉੱਤੇ ਲੱਦ ਲੱਦ ਕੇ ਤੋਹਫਾਂ ਜਿਹੜੀਆਂ ਸਨ ਚੜਾ ਕੇ ਗੱਡੀਆਂ ਦੇ ਉੱਤੇ ਉਹਨਾਂ ਨੂੰ ਮੈਦਾਨੇ ਜੰਗ ਦੇ ਵਿੱਚ ਲਿਆਂਦਾ ਗਿਆ। ਟੁੱਕੀਆਂ ਭਾਵ ਉੱਥੇ ਪਹੁੰਚਾਈਆਂ ਗਈਆਂ ਲੱਖ ਸੰਗਲ ਖੜਕਣ। ਔਰ ਉਹ ਤੋਪਾਂ ਜੋ ਸੀ ਜਿਨ੍ਹਾਂ ਸੰਗਲਾਂ ਦੇ ਨਾਲ ਬੰਨੀਆਂ ਹੋਈਆਂ ਸਨ, ਲੱਖ ਭਾਵ ਅਨੇਕਾਂ ਸੰਗਲ ਸਨ ਜਿਨ੍ਹਾਂ ਦੇ ਨਾਲ ਉਹ ਤੋਪਾਂ ਬੰਨੀਆਂ ਹੋਈਆਂ ਸਨ, ਉਹ ਖੜਕ ਕੇ ਆਵਾਜ਼ਾਂ ਜੋ ਪੈਦਾ ਕਰ ਰਹੇ ਸਨ ਉਹ ਵੀ ਬੜੀਆਂ ਜ਼ਬਰਦਸਤ ਸਨ, ਭਿਆਨਕ ਸਨ। ਉਹ ਦਾਰੂ ਖਾਂਦੀਆਂ ਕੋਹਲੀਆਂ ਮਣ ਗੋਲੇ ਰੜਕਣ। ਉਹ ਤੋਪਾਂ ਜਿਹੜੀਆਂ ਸਨ ਉਹ ਭਾਵ ਤੋਹਫਾਂ ਜੋ ਸਨ ਉਹ ਦਾਰੂ ਭਾਵ ਉਹਦੇ ਵਿੱਚ ਜੋ ਬਾਰੂਦ ਪੈਂਦਾ ਸੀ ਉਹ ਬਾਰੂਦ ਜੋ ਸੀ ਕੋਹਲੀਆਂ, ਜਿਸ ਤਰ੍ਹਾਂ ਪੁਰਾਣੇ ਜ਼ਮਾਨੇ ਦੇ ਵਿੱਚ ਕੋਹਲੂ ਹੁੰਦੇ ਸਨ ਜਿਨ੍ਹਾਂ ਦੇ ਨਾਲ ਤੇਲ ਕੱਢੇ ਜਾਂਦੇ ਸਨ ਕੋਹਲੂ ਦੇ ਵਿੱਚ ਨਪੀੜ ਕੇ, ਤਾਂ ਉਹ ਕੋਹਲੂਆਂ ਦੇ ਵਿੱਚ ਜੋ ਕਹਾਣੀਆਂ ਪਾਈਆਂ ਜਾਂਦੀਆਂ ਸੀ ਉਹ ਬੜੀਆਂ ਵੱਡੀਆਂ ਕਹਾਣੀਆਂ ਹੁੰਦੀਆਂ ਸੀ ਮਣ ਦੀਆਂ। ਠੀਕ ਉਸੇ ਤਰ੍ਹਾਂ ਮਣ ਦੀਆਂ ਦਾ ਜੋ ਬਾਰੂਦ ਜੋ ਸਨ ਉਹਨਾਂ ਤੋਪਾਂ ਦੇ ਵਿੱਚ ਪਾਇਆ ਜਾ ਰਿਹਾ ਸੀ। ਮਣ ਗੋਲੇ ਖੜਕਣ ਅਤੇ ਉਹ ਏਡੇ ਹੀ ਵੱਡੇ ਗੋਲੇ ਜਿਹੜੇ ਸਨ ਉਹ ਧਮਾਕੇ ਕਰ ਰਹੇ ਸਨ ਮੈਦਾਨੇ ਜੰਗ ਦੇ ਵਿੱਚ। ਉਹ ਦਾਗ ਪਲੀਤੇ ਛੱਡੀਆਂ ਵਾਂਗ ਬੱਦਲ ਕੜਕਣ। ਜਦੋਂ ਉਹਨਾਂ ਦੇ ਪਲੀਤੇ ਭਾਵ ਜਿਸ ਤਰ੍ਹਾਂ ਪਟਾਕੇ ਦੇ ਇੱਕ ਪਲੀਤਾ ਹੁੰਦਾ ਹੈ ਜਿਸ ਨੂੰ ਅੱਗ ਸੁਹਾਈ ਜਾਂਦੀ ਹੈ ਅਤੇ ਇੱਕਦਮ ਪਟਾਕਾ ਧਮਾਕਾ ਕਰਦਾ ਹੈ, ਠੀਕ ਇਸੇ ਤਰ੍ਹਾਂ ਤੋਪਾਂ ਨੂੰ ਵੀ ਉਸ ਜ਼ਮਾਨੇ ਦੇ ਵਿੱਚ ਜੋ ਸੀ ਦਾਗ ਭਾਵ ਅੱਗ ਸੁਹਾਈ ਜਾਂਦੀ ਸੀ ਉਹਨਾਂ ਦੇ ਪਲੀਤੇ ਨੂੰ। ਤਾਂ ਅੱਗ ਸੁਹਾਉਂਦਿਆਂ ਸਾਰ ਹੀ ਕਿਉਂਕਿ ਉਹਨਾਂ ਵਿੱਚ ਬਾਰੂਦ ਹੁੰਦਾ ਸੀ ਅਤੇ ਉਹ ਇੰਨੀ ਭਿਆਨਕ ਆਵਾਜ਼ ਕਰਦੀਆਂ ਸਨ ਮੈਦਾਨੀ ਜੰਗ ਦੇ ਵਿੱਚ ਜਿੱਥੇ ਵਰਦੀਆਂ ਸਨ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਬੱਦਲ ਕੜਕ ਰਹੇ ਹੋਣ। ਇੱਥੇ ਇੱਕ ਧਿਆਨ ਦੇਣ ਯੋਗ ਨੁਕਤਾ ਹੈ ਜਿਵੇਂ ਗੜਕਣ, ਖੜਕਣ, ਰੜਕਣ, ਕੜਕਣ, ਇਹ ਜੋ ਸ਼ਬਦਾਵਲੀ ਹੈ ਇਹ ਵਾਰ ਕਾਵਿ ਦੀ ਖਾਸੀਅਤ ਹੈ ਕਿਉਂਕਿ ਇਹਦੇ ਵਿੱਚ ਅਜਿਹੇ ਧਮਾਕੇਦਾਰ ਸ਼ਬਦਾਂ ਜਿਵੇਂ ਢੁੱਕੀਆਂ, ਛੱਡੀਆਂ, ਕੜਕਣ, ਗੜਕਣ, ਖੜਕਣ, ਇਹ ਮਹਾਂਪ੍ਰਾਣ ਧੁਰੀਆਂ ਜੋ ਹਨ ਇਹਨਾਂ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਯੁੱਧ ਦਾ ਬਹੁਤ ਭਿਆਨਕ ਦ੍ਰਿਸ਼ ਪੈਦਾ ਕੀਤਾ ਜਾਂਦਾ ਹੈ। ਫਿਰ ਕਵੀ ਕਹਿ ਰਿਹਾ ਹੈ ਕਿ ਜਿਉਂ ਦਰ ਖੁੱਲ੍ਹੇ ਦੋਜ਼ਖਾਂ ਮੂੰਹ ਪਾਹੀਂ ਭੜਕਣ। ਦੋਜ਼ਖ ਤੋਂ ਭਾਵ ਹੈ ਨਰਕ। ਮੈਦਾਨੇ ਜੰਗ ਦੇ ਵਿੱਚ ਜਦੋਂ ਤੋਪਾਂ ਦੇ ਮੂੰਹ ਖੁੱਲ੍ਹੇ ਅਤੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਦੋਜ਼ਖ ਨਰਕ ਦੇ ਬੂਹੇ ਖੁੱਲ੍ਹ ਗਏ ਹੋਣ, ਦਰ ਭਾਵ ਦਰਵਾਜ਼ੇ ਖੁੱਲ੍ਹ ਗਏ ਹੋਣ ਕਿਉਂਕਿ ਇੰਨੀ ਭਿਆਨਕ ਜੋ ਸੀ ਉਹਨਾਂ ਦੇ ਵਿੱਚੋਂ ਅੱਗ ਵਰ ਰਹੀ ਸੀ। ਮੂੰਹ ਪਾਹੀਂ, ਭਾ ਦਾ ਮਤਲਬ ਹੁੰਦਾ ਹੈ ਅੱਗ, ਯਾਨੀ ਕਿ ਮੈਦਾਨੇ ਜੰਗ ਦੇ ਵਿੱਚ ਤੋਪਾਂ ਜਦੋਂ ਚਲਾਈਆਂ ਗਈਆਂ ਅਤੇ ਉਹਨਾਂ ਦੇ ਮੂੰਹ ਦੇ ਵਿੱਚੋਂ ਵਰਦਾ ਹੋਇਆ ਬਾਰੂਦ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਨਰਕ ਦਾ ਦਰਵਾਜ਼ਾ ਖੁੱਲ੍ਹ ਗਿਆ ਹੋਵੇ ਕਿਉਂਕਿ ਇੰਨੀ ਭਿਆਨਕ ਅੱਗ ਜੋ ਸੀ ਤੋਪਾਂ ਦੇ ਵਿੱਚੋਂ
ਬਾਰੂਦ ਦੀ ਨਿਕਲ ਰਹੀ ਸੀ, ਜੋ ਭੜਕ ਰਹੀ ਸੀ, ਭਾਵ ਦੁਸ਼ਮਣਾਂ ਦੇ ਆਹੂ ਲਾ ਰਹੀ ਸੀ। ਜਿਉਂ ਝਾਂਬੇ ਮਾਰੇ ਪੰਖੜੂ ਵਿੱਚ ਬਾਗਾਂ ਫੜਕਣ। ਅਤੇ ਮੈਦਾਨੇ ਜੰਗ ਦੇ ਵਿੱਚ ਜੋ ਸੈਨਾ ਸੀ ਉਹ ਇਸ ਤਰ੍ਹਾਂ ਜੋ ਹੈ ਡਿੱਗਦੀ ਜਾ ਰਹੀ ਸੀ, ਜਿਵੇਂ ਅਚਾਨਕ ਜੋ ਹੈ ਬਹੁਤ ਝਾਂਬਾ ਭਾਵ ਝੱਖੜ ਹਨੇਰੀ ਤੇਜ਼ ਆ ਜਾਵੇ ਅਤੇ ਪੰਖੜੂ ਭਾਵ ਅਸਮਾਨਾਂ ਦੇ ਵਿੱਚ ਉੱਡਦੇ ਹੋਏ ਜਿਹੜੇ ਪੰਖੇਰੂ ਹਨ, ਜੋ ਪੰਛੀ ਹਨ, ਉਹ ਇਸ ਤਰ੍ਹਾਂ ਫੜਕ ਫੜਕ ਕੇ ਭਾਵ ਫੁੜਕ ਫੁੜਕ ਕੇ ਮਰ ਮਰ ਕੇ ਬਾਗਾਂ ਦੇ ਵਿੱਚ ਡਿੱਗ ਜਾਂਦੇ ਹਨ, ਢੇਰ ਲੱਗ ਜਾਂਦੇ ਹਨ ਧਰਤੀ ਦੇ ਉੱਤੇ। ਦੂਜੇ ਸ਼ਬਦਾਂ ਦੇ ਵਿੱਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਪੰਛੀ ਜਿਹੜੇ ਹਨ, ਕਿਉਂਕਿ ਹਨੇਰੀ ਆਉਂਦੀ ਵੇਖਦਿਆਂ ਸਾਰ ਹੀ ਆਣ ਕੇ ਰੁੱਖਾਂ ਦੇ ਸ਼ਰਨ ਲੈ ਲੈਂਦੇ ਹਨ, ਜਿੱਥੇ ਰੁੱਖਾਂ ਦੇ ਸਮੂਹ ਹੁੰਦੇ ਹਨ, ਬਾਗ ਹੁੰਦੇ ਹਨ। ਪਰ ਜਦੋਂ ਹਨੇਰੀ ਬਹੁਤ ਜ਼ਬਰਦਸਤ ਹੁੰਦੀ ਹੈ ਅਤੇ ਉਹ ਰੁੱਖਾਂ ਦੇ ਉੱਤੋਂ ਉਸ ਹਨੇਰੀ ਨੂੰ ਨਾ ਝੱਲਦਿਆਂ ਹੋਇਆਂ ਫੁੜਕ ਫੁੜਕ ਕੇ ਥੱਲੇ ਬਾਗਾਂ ਦੇ ਵਿੱਚ ਢੇਰ ਲੱਗ ਜਾਂਦੇ ਹਨ। ਝੜੇ ਤਰੁੱਟੇ ਹੰਬਲਾਂ ਵਾਂਗ ਮੱਛਾਂ ਤੜਫਣ। ਠੀਕ ਇਸੇ ਤਰ੍ਹਾਂ ਜਿਸ ਤਰ੍ਹਾਂ ਰੁੱਖਾਂ ਦੀਆਂ ਜੋ ਟਾਹਣੀਆਂ ਹਨ ਜਾਂ ਪੰਛੀ ਜਿਹੜੇ ਰੁੱਖਾਂ 'ਤੇ ਸ਼ਰਨ ਲੈ ਚੁੱਕੇ ਹੁੰਦੇ ਹਨ, ਉਹ ਸਾਰੇ ਉਸ ਝੱਖੜ ਨੂੰ ਨਾ ਸਹਾਰਦਿਆਂ ਹੋਇਆਂ ਧਰਤੀ 'ਤੇ ਢੇਰ ਲੱਗ ਜਾਂਦਾ ਹੈ ਉਹਨਾਂ ਦਾ। ਠੀਕ ਇਸੇ ਤਰ੍ਹਾਂ ਮੈਦਾਨੇ ਜੰਗ ਦੇ ਵਿੱਚ ਜੋ ਸੀ ਫੌਜੀ ਜਿਹੜੇ ਸਨ, ਸੈਨਿਕ ਦੋਹਾਂ ਸੈਨਾਵਾਂ ਦੇ ਲੜ ਰਹੇ, ਉਹਨਾਂ ਦੀਆਂ ਲਾਸ਼ਾਂ ਦੇ ਢੇਰ ਲੱਗਦੇ ਜਾ ਰਹੇ ਸਨ ਵਾਂਗ ਮੱਛਾਂ ਤੜਫਣ। ਅਤੇ ਉਹਨਾਂ ਦੇ ਤੜਫਦੇ ਹੋਏ ਸਰੀਰ ਜਿਹੜੇ ਸਨ, ਜਿਸ ਤਰ੍ਹਾਂ ਮੱਛ ਭਾਵ ਮਗਰਮੱਛ ਜਿਵੇਂ ਤੜਫ ਰਿਹਾ ਹੁੰਦਾ ਹੈ, ਇਸ ਤਰ੍ਹਾਂ ਜੋ ਹੈ ਬੜੀ ਖੌਫਨਾਕ ਦ੍ਰਿਸ਼ ਪੈਦਾ ਕਰ ਰਹੇ ਸਨ। ਜਿਉਂ ਝੱਲੀ ਅੱਗਾਂ ਲੱਗੀਆਂ ਰਣਸੂਰੇ ਤੜਕਣ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਝੱਲ ਭਾਵ ਜੰਗਲ ਦੇ ਵਿੱਚ ਜਦੋਂ ਅੱਗ ਲੱਗ ਜਾਂਦੀ ਹੈ ਤਾਂ ਜੰਗਲੀ ਜਾਨਵਰ ਜੋ ਹਨ ਜਾਂ ਪਰਿੰਦੇ ਜੋ ਹਨ, ਪਸ਼ੂ ਪੰਛੀ ਸਾਰੇ ਜੋ ਹਨ, ਉਸ ਭਿਆਨਕ ਅੱਗ ਦੇ ਵਿੱਚ ਸੜਦਿਆਂ ਹੋਇਆਂ ਬੜੀਆਂ ਤਿੜਕ ਤਿੜਕ ਦੀਆਂ ਆਵਾਜ਼ਾਂ ਕਰਦੇ ਹਨ। ਠੀਕ ਇਸੇ ਤਰ੍ਹਾਂ ਹੀ ਉਸ ਮੈਦਾਨੇ ਜੰਗ ਦੇ ਵਿੱਚ ਰਣ ਸੂਰੇ, ਮੈਦਾਨ ਦੇ ਵਿੱਚ ਲੜਨ ਵਾਲੇ ਸੂਰਮੇ ਜਿਹੜੇ ਸਨ, ਉਹਨਾਂ ਦੇ ਸਰੀਰ ਜਿਹੜੀ ਸੀ ਉਹ ਤੋਬਾਂ ਦੀ ਅਗਨੀ ਦੇ ਵਿੱਚ ਤਿੜਕ ਤਿੜਕ ਕੇ ਜਲ ਰਹੇ ਸਨ, ਆਵਾਜ਼ਾਂ ਕਰ ਰਹੇ ਸਨ। ਉਹ ਹਸ਼ਰ ਦਿਹਾੜਾ ਵੇਖ ਕੇ ਦਲ ਦੋਵੇਂ ਧੜਕਣ। ਭਾਵ ਹਸ਼ਰ ਕਿਆਮਤ ਦਾ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਇਸ ਤੋਂ ਬਾਅਦ ਦੁਨੀਆ ਖਤਮ ਹੋ ਜਾਵੇਗੀ। ਹਸ਼ਰ ਦਾ ਦਿਹਾੜਾ, ਕਿਆਮਤ ਦਾ ਦਿਹਾੜਾ ਵੇਖ ਕੇ ਦੋਹਾਂ ਧਿਰਾਂ ਦੇ ਸੈਨਿਕ ਜਿਹੜੇ ਸਨ, ਉਹਨਾਂ ਦੇ ਦਿਲ ਧੜਕ ਰਹੇ ਸਨ। ਭਾਵ ਕੋਈ ਵੀ ਮੈਦਾਨੇ ਜੰਗ ਦੇ ਵਿੱਚ ਹੈ, ਮੌਤ ਸਾਹਮਣੇ ਵੇਖ ਕੇ ਹਰ ਕਿਸੇ ਦਾ ਦਿਲ ਧੜਕ ਜਾਂਦਾ ਹੈ, ਭਾਵੇਂ ਕੋਈ ਕਿੱਡਾ ਵੀ ਸੂਰਮਾ ਹੈ। ਠੀਕ ਇਸੇ ਤਰ੍ਹਾਂ ਉਸ ਕਰਨਾਲ ਦੇ ਮੈਦਾਨ ਦੇ ਵਿੱਚ ਜਿਸ ਤਰ੍ਹਾਂ ਤਬਾਹੀ ਹੋ ਰਹੀ ਸੀ, ਉਸ ਭਿਆਨਕ ਤਬਾਹੀ ਨੂੰ, ਉਸ ਭਿਆਨਕ ਮੰਜ਼ਰ ਨੂੰ ਵੇਖਦਿਆਂ ਹੋਇਆਂ ਦੋਹਾਂ ਧਿਰਾਂ ਦੀਆਂ ਸੈਨਾਵਾਂ ਦੇ ਦਿਲ ਜਿਹੜੇ ਸਨ ਉਹ ਧੜਕ ਰਹੇ ਸਨ। ਇੱਥੇ ਵੀ ਫੜਕਣ, ਤੜਫਣ ਔਰ ਧੜਕਣ, ਇਹ ਵੀ ਮੈਦਾਨੇ ਜੰਗ ਦੇ ਵਿੱਚ ਜਾਂ ਯੁੱਧ ਦੇ ਵਿੱਚ ਜੋ ਹੈ ਪ੍ਰਭਾਵ ਨੂੰ ਤਿੱਖਿਆਂ ਕਰਨ ਦੇ ਲਈ ਅਜਿਹੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਹੈ ਨਜ਼ਾਬਤ ਨੇ। ਧਰਗਾਂ ਦੀਆਂ ਤ੍ਰੈਵਾਣਾ ਮਾਰੂ ਵੱਜਿਆ। ਧਰਗਾਂ ਦੀਆਂ ਤ੍ਰਵਾਣਾ ਤੋਂ ਭਾਵ ਹੈ ਕਿ ਇੱਕ ਵਿਸ਼ੇਸ਼ ਪ੍ਰਕਾਰ ਦਾ ਜੰਗੀ ਬਿਗੁਲ ਜੋ ਹੈ ਉਹ ਵਜਾਇਆ ਜਾਂਦਾ ਹੈ। ਧਰਗਾਂ ਤੋਂ ਭਾਵ ਹੈ ਨਗਾਰੇ ਔਰ ਤ੍ਰੈਵਾਣਾ ਤੋਂ ਭਾਵ ਹੈ ਨਗਾਰੇ ਵਜਾਉਣ ਵਾਲੇ। ਸੋ ਧਰਗਾਂ ਦੀਆਂ ਨਗਾਰੇ ਵਜਾਉਣ ਵਾਲਿਆਂ ਨੇ, ਕਿਉਂਕਿ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਯੁੱਧ ਹੁੰਦਾ ਸੀ ਤਾਂ ਸਵੇਰੇ ਯੁੱਧ ਸ਼ੁਰੂ ਹੁੰਦਾ ਸੀ ਅਤੇ ਸ਼ਾਮ ਨੂੰ ਯੁੱਧ ਨੂੰ ਵਿਰਾਮ ਦੇ ਦਿੱਤਾ ਜਾਂਦਾ ਸੀ। ਅਗਲੇ ਦਿਨ ਸੈਨਾਵਾਂ ਫਿਰ ਜੋ ਸਨ ਦੁਬਾਰਾ ਯੁੱਧ ਦਾ ਬਿਗੁਲ ਵੱਜਦਾ ਸੀ ਅਤੇ ਯੁੱਧ ਸ਼ੁਰੂ ਹੁੰਦਾ ਸੀ। ਸੋ ਯੁੱਧ ਦਾ ਬਿਗੁਲ ਜੋ ਸੀ ਵਿਸ਼ੇਸ਼ ਪ੍ਰਕਾਰ ਦੇ ਜੰਗੀ ਨਗਾੜੇ ਵਜਾ ਕੇ ਵਜਾਇਆ ਜਾਂਦਾ ਸੀ, ਯੁੱਧ ਦਾ ਆਗਾਜ਼ ਕੀਤਾ ਜਾਂਦਾ ਸੀ। ਮਾਰੂ ਵੱਜਿਆ ਭਾਵ ਬੜਾ ਭਿਆਨਕ ਜੋ ਉਹ ਨਗਾੜਾ ਹੁੰਦਾ ਸੀ। ਘੂਕਰ ਕੱਤੀ ਬਾਣਾ ਰਣ ਵਿੱਚ ਆਣ ਕੇ, ਅਤੇ ਇੱਧਰੋਂ ਯੁੱਧ ਦਾ ਬਿਗੁਲ ਵੱਜਿਆ ਅਤੇ ਉੱਧਰੋਂ ਦੋਹਾਂ ਧਿਰਾਂ ਦੇ ਵੱਲੋਂ ਚਲਾਏ ਗਏ ਜੋ ਬਾਣ ਸਨ, ਤੀਰ ਸਨ, ਉਹਨਾਂ ਦੀ ਇੱਕ ਤਰ੍ਹਾਂ ਦੇ ਨਾਲ ਘੂਕਰ, ਜਿਵੇਂ ਮੀਂਹ ਦੀ ਵਾਛੜ ਹੁੰਦੀ ਹੈ, ਇਸ ਤਰ੍ਹਾਂ ਮੈਦਾਨੇ ਜੰਗ ਦੇ ਵਿੱਚ ਸੈਨਿਕਾਂ ਦੁਆਰਾ ਚਲਾਏ ਗਏ ਤੀਰਾਂ ਨੇ ਇੱਕ ਘੂਕਰ ਬੰਨ੍ਹੀ ਹੋਈ ਸੀ ਰਣ ਵਿੱਚ ਆਣ ਕੇ, ਮੈਦਾਨੇ ਜੰਗ ਦੇ ਵਿੱਚ ਆਣ ਕੇ। ਹਥਿਆਰ ਵੱਡਾ ਜਰਵਾਣਾ ਬੇਹੱਦ ਮਖੌਲੀਆ, ਅਤੇ ਵੱਡੇ ਵੱਡੇ ਹਥਿਆਰ ਜੋ ਮੈਦਾਨੇ ਜੰਗ ਦੇ ਵਿੱਚ ਜ਼ਬਰਦਸਤ ਹਥਿਆਰ, ਜਰਵਾਣਾ ਜੋ ਹੈ ਜ਼ੋਰਾਵਰ ਭਾਵ ਬਹੁਤ ਹੀ ਸ਼ਕਤੀਸ਼ਾਲੀ ਹਥਿਆਰ ਸੀ, ਕਹਿ ਸਕਦੇ ਹਾਂ ਤੋਪਾਂ ਜੋ ਉਸ ਮੈਦਾਨੇ ਜੰਗ ਦੇ ਵਿੱਚ ਵਰਤੀਆਂ ਗਈਆਂ ਸਨ,
ਉਹ ਯੁੱਧ ਦੇ ਵੱਡੇ ਵੱਡੇ ਹਥਿਆਰ ਜੋ ਸਨ ਉਹ ਬੜੇ ਜ਼ਬਰਦਸਤ ਸਨ, ਜਰਵਾਣੇ ਸਨ, ਬੇਹੱਦ ਮਖੌਲੀਏ, ਭਾਵ ਉਹ ਮੌਤ ਨੂੰ ਮਖੌਲਾਂ ਕਰਦੇ ਸਨ। ਉਹਨਾਂ ਦੇ ਲਈ ਜ਼ਿੰਦਗੀ ਦਾ ਕੋਈ ਮੁੱਲ ਨਹੀਂ ਸੀ, ਭਾਵ ਜੋ ਹਥਿਆਰ ਹੈ ਉਸ ਦੇ ਅੱਗੇ ਮਨੁੱਖ ਆ ਰਿਹਾ ਹੈ, ਜਾਨਵਰ ਆ ਰਿਹਾ ਹੈ, ਉਸਨੇ ਤਾਂ ਤਬਾਹੀ ਆਹੂ ਲਾਉਣਾ ਹੈ, ਉਸ ਦੇ ਅੱਗੇ ਆਉਣ ਵਾਲੇ ਹਰ ਸ਼ਖਸ ਨੂੰ ਖਤਮ ਕਰਨਾ ਹੈ। ਭਾਵ ਉਹ ਭਿਆਨਕ ਹਥਿਆਰ ਜੋ ਸਨ ਮੈਦਾਨੇ ਜੰਗ ਵਿੱਚ ਵਰਤੇ ਜਾਣ ਵਾਲੇ, ਉਹਨਾਂ ਦੇ ਲਈ ਮੌਤ ਜੋ ਸੀ ਇੱਕ ਮਜ਼ਾਕ ਸੀ, ਮਖੌਲ ਦੇ ਸਮਾਨ ਸੀ। ਉਹ ਅਹਿਰਨ ਵਾਂਗ ਵਧਾਣਾ ਸਿਰ 'ਤੇ ਕੜਕਿਆ। ਅਹਿਰਨ ਹੁੰਦਾ ਹੈ ਜਿਵੇਂ ਲੋਹੇ ਦਾ ਬਹੁਤ, ਜਦੋਂ ਲੋਹੇ ਨੂੰ ਗਰਮ ਕੀਤਾ ਜਾਂਦਾ ਹੈ, ਗਰਮ ਲੋਹੇ ਦੇ ਉੱਤੇ ਵਧਾਣ ਮਾਰ ਕੇ ਇੱਕ ਵਿਸ਼ੇਸ਼ ਪ੍ਰਕਾਰ ਦਾ ਹਥੌੜਾ, ਉਸ ਨੂੰ ਨਵੀਂ ਜੋ ਹੈ ਸ਼ੇਪ ਦਿੱਤੀ ਜਾਂਦੀ ਹੈ। ਭਾਵ ਲੋਹੇ ਨੂੰ ਗਰਮ ਕਰਕੇ ਉਸ ਤੋਂ ਕੋਈ ਹਥਿਆਰ ਘੜਿਆ ਜਾਂਦਾ ਹੈ ਜਾਂ ਕੋਈ ਸੰਦ ਘੜਿਆ ਜਾਂਦਾ ਹੈ। ਸੋ ਅਹਿਰਨ ਵਾਂਗ ਵਧਾਣਾ ਸਿਰ 'ਤੇ ਕੜਕਿਆ। ਜਿਸ ਤਰ੍ਹਾਂ ਗਰਮ ਲੋਹੇ 'ਤੇ ਬਹੁਤ ਭਿਆਨਕ ਵਾਰ ਕਰਕੇ ਵਧਾਣ ਦੁਆਰਾ ਉਸ ਨੂੰ ਜੋ ਹੈ ਨਵੀਂ ਸ਼ਕਲ ਦੇ ਵਿੱਚ ਢਾਲ ਲਿਆ ਜਾਂਦਾ ਹੈ, ਠੀਕ ਇਸੇ ਤਰ੍ਹਾਂ ਉਹ ਭਿਆਨਕ ਹਥਿਆਰ ਜਿਹੜਾ ਸੀ ਸੂਰਬੀਰਾਂ ਦੇ ਸਿਰ 'ਤੇ ਆ ਕੇ ਕੜਕ ਰਿਹਾ ਸੀ। ਜਿਵੇਂ ਢਾਹੇ ਬਾਗ ਤਰਖਾਣਾ ਤੱਛਣ ਗੇਲੀਆਂ। ਕਵੀ ਕਹਿ ਰਿਹਾ ਹੈ ਕਿ ਮੈਦਾਨੇ ਜੰਗ ਦਾ ਦ੍ਰਿਸ਼ ਦੇਖ ਕੇ ਇਸ ਤਰ੍ਹਾਂ ਲੱਗਦਾ ਸੀ, ਚਾਰ ਚੁਫੇਰੇ, ਕਿਉਂਕਿ ਸੈਨਿਕਾਂ ਦੇ ਸਿਰ, ਧੜ, ਸਰੀਰ ਦੇ ਅੰਗ ਕੱਟੇ ਹੋਏ, ਬਿਖਰੇ ਹੋਏ ਸਨ, ਨਜ਼ਰ ਆ ਰਹੇ ਸਨ, ਚਾਰ ਚੁਫੇਰੇ ਖਿਲਰੇ ਹੋਏ। ਉਹਨਾਂ ਨੂੰ ਵੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿਸੇ ਤਰਖਾਣ ਭਾਵ ਮਿਸਤਰੀ ਨੇ ਕਿਸੇ ਬਾਗ ਦੇ ਰੁੱਖਾਂ ਨੂੰ ਵੱਢ ਵੱਢ ਕੇ ਉਸ ਦੇ ਵਿੱਚੋਂ ਗੋਲੀਆਂ ਤਰਾਸ਼ ਲਈਆਂ ਹੋਣ, ਜੋ ਹੈ ਗੋਲੀਆਂ ਤਰਾਸ਼ ਕੇ ਨਵੇਂ ਜੋ ਹੈ ਉਸ ਨੂੰ ਰੂਪ ਦੇਣ ਦੇ ਲਈ, ਭਾਵ ਕੁਝ ਨਾ ਕੁਝ ਉਸ ਤੋਂ ਸੰਦ ਘੜਨ ਦੇ ਲਈ ਢੇਰ ਲਾ ਦਿੱਤੇ ਹੋਣ, ਨਿੱਕੇ ਨਿੱਕੇ ਟੁਕੜੇ ਕਰਕੇ ਰੁੱਖਾਂ ਦੇ। ਉੱਡ ਜਾਂਦੇ ਨੈਣ ਪ੍ਰਾਣਾ ਮੁਨਸਾਂ ਤੇ ਘੋੜਿਆਂ। ਭਾਵ ਉਹ ਜਦੋਂ ਭਿਆਨਕ ਜੋ ਜ਼ੋਰਾਵਰ ਹਥਿਆਰ ਸੀ ਵਧਾਣ ਵਾਂਗ ਵੱਜਦਾ ਸੀ ਸੈਨਿਕਾਂ ਦੇ ਸਿਰ ਦੇ ਉੱਤੇ, ਅਤੇ ਉਹਨਾਂ ਦੇ ਨੈਣ ਪ੍ਰਾਣ ਜਿਹੜੇ ਸਨ ਨਾਲ ਦੀ ਨਾਲ ਉੱਡ ਜਾਂਦੇ ਸਨ। ਮੁਨਸਾਂ ਤੇ ਘੋੜਿਆਂ, ਫੌਜੀਆਂ ਦੇ ਵੀ, ਸੈਨਿਕਾਂ ਦੇ ਵੀ, ਅਤੇ ਉਹਨਾਂ ਦੇ ਘੋੜਿਆਂ ਦੇ ਵੀ, ਜਿਨ੍ਹਾਂ ਘੋੜਿਆਂ ਉੱਤੇ ਫੌਜੀ ਸਵਾਰ ਸਨ। ਭਾਵ ਸਣੇ ਘੋੜਿਆਂ ਸੈਨਿਕਾਂ ਦੇ ਨੈਣ ਪ੍ਰਾਣ ਜਿਹੜੇ ਸਨ ਉਹ ਖਤਮ ਹੋ ਜਾਂਦੇ ਸਨ। ਧਰਗਾਂ ਦੀਆਂ ਤ੍ਰੈਵਾਣਾ ਮਾਰੂ ਵੱਜਿਆ। ਫਿਰ ਅਗਲੇ ਦਿਨ ਦੁਬਾਰਾ ਜਦੋਂ ਯੁੱਧ ਦਾ ਬਿਗਲ ਵੱਜਦਾ ਹੈ, ਯੁੱਧ ਸ਼ੁਰੂ ਹੁੰਦਾ ਹੈ। ਜੁੜੀਆਂ ਆਣ ਕੰਧਾਰਾਂ ਗੱਜਣ ਸੂਰਮੇ। ਕੰਧਾਰਾਂ ਜੋ ਹੈ ਸੈਨਾਵਾਂ, ਦੋਹਾਂ ਧਿਰਾਂ ਦੀਆਂ ਸੈਨਾਵਾਂ ਫਿਰ ਮੈਦਾਨੇ ਜੰਗ ਦੇ ਵਿੱਚ ਆ ਹਾਜ਼ਰ ਹੁੰਦੀਆਂ ਹਨ, ਅਤੇ ਸੂਰਮੇ ਇੱਕ ਦੂਜੇ ਨੂੰ ਵੇਖ ਵੇਖ ਕੇ ਲਲਕਾਰ ਰਹੇ ਹਨ, ਗੱਜ ਰਹੇ ਹਨ। ਜੇਠ ਕੱਲਰ ਲਿਸ਼ਕਾਰਾਂ ਭੜਕਣ ਭੱਠ ਜਿਉਂ। ਅਤੇ ਮੈਦਾਨੇ ਜੰਗ ਦਾ ਦ੍ਰਿਸ਼ ਫਿਰ ਉਸੇ ਤਰ੍ਹਾਂ ਹੀ ਹੋ ਜਾਂਦਾ ਹੈ ਜਿਵੇਂ ਜੇਠ ਦੇ ਮਹੀਨੇ ਦੇ ਵਿੱਚ ਧੁੱਪ ਵਿੱਚ ਕੱਲਰ ਲਿਸ਼ਕਾਂ ਮਾਰ ਰਿਹਾ ਹੁੰਦਾ ਹੈ, ਭੜਕਣ ਭੱਠ ਜਿਉਂ। ਠੀਕ ਇਸੇ ਤਰ੍ਹਾਂ ਹੀ, ਭਾਵ ਗਰਮੀ ਦੇ ਵਿੱਚ ਜਿਵੇਂ ਭੱਠ, ਭਾਵ ਬਹੁਤ ਵੱਡਾ ਭੱਠ ਮੱਗ ਜਾਂਦਾ ਹੈ ਜਿਸ ਦੇ ਵਿੱਚ ਸਭ ਕੁਝ ਤਹਿਸ ਨਹਿਸ ਹੋ ਜਾਂਦਾ ਹੈ, ਠੀਕ ਇਸੇ ਤਰ੍ਹਾਂ ਯੁੱਧ ਦਾ ਮੈਦਾਨ ਜੋ ਸੀ ਇੱਕ ਭੱਠ ਬਣਿਆ ਪਿਆ ਸੀ, ਜਿਸ ਦੇ ਵਿੱਚ ਦੋਹਾਂ ਧਿਰਾਂ ਦੀਆਂ ਸੈਨਾਵਾਂ ਜੋ ਸਨ ਉਹ ਖਤਮ ਹੁੰਦੀਆਂ ਜਾ ਰਹੀਆਂ ਸਨ। ਸਹਿਜਾਤੀ ਤਲਵਾਰਾਂ ਲਿਸ਼ਕਣ ਬਿਜਲੀਆਂ, ਯਾਨੀ ਕਿ ਸੈਂਕੜੇ ਤਲਵਾਰਾਂ ਜੋ ਸਨ, ਸੈਂਕੜੇ ਹਥਿਆਰ ਸੈਨਿਕਾਂ ਦੇ ਹੱਥਾਂ ਦੇ ਵਿੱਚ ਫੜੇ ਹੋਏ, ਸੂਰਮਿਆਂ ਦੇ ਹੱਥਾਂ ਦੇ ਵਿੱਚ ਫੜੇ ਹੋਏ ਲਿਸ਼ਕ ਰਹੇ ਸਨ। ਜਿਵੇਂ ਆਕਾਸ਼ ਦੇ ਵਿੱਚ ਬਿਜਲੀ ਚਮਕਦੀ ਹੈ, ਠੀਕ ਇਸੇ ਤਰ੍ਹਾਂ ਧੁੱਪ ਦੇ ਵਿੱਚ ਸੈਨਿਕਾਂ ਦੀਆਂ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਤਲਵਾਰਾਂ ਜੋ ਸਨ ਉਹ ਲਿਸ਼ਕਾਂ ਮਾਰ ਰਹੀਆਂ ਸਨ। ਖਾਂ ਦੌਰਾਂ ਕਰੇ ਵੰਗਾਰਾਂ ਸੱਦ ਸਿਪਾਹੀਆਂ। ਅਤੇ ਜੋ ਮੁਗਲ ਸੈਨਾ ਦਾ ਖਾਂ ਦੌਰਾਂ ਸੀ, ਸੈਨਾਪਤੀ ਸੀ, ਉਹ ਆਪਣੇ ਸਿਪਾਹੀਆਂ ਦੇ ਵਿੱਚ, ਆਪਣੀਆਂ ਫੌਜਾਂ ਦੇ ਵਿੱਚ ਉਤਸ਼ਾਹ ਭਰਨ ਦੇ ਲਈ ਉਹਨਾਂ ਨੂੰ ਵੰਗਾਰ ਰਿਹਾ ਸੀ, ਭਾਵ ਉਤਸ਼ਾਹਿਤ ਕਰ ਰਿਹਾ ਸੀ, ਔਰ ਦੁਸ਼ਮਣ ਨੂੰ ਲਲਕਾਰ ਰਿਹਾ ਸੀ ਨਿਰੰਤਰ। ਸੈਨਿਕਾਂ ਦੇ ਵਿੱਚ ਇੰਨਾ ਉਤਸ਼ਾਹ ਭਰ ਰਿਹਾ ਸੀ ਕਿ ਉਸ ਦੁਆਰਾ ਉਤਸ਼ਾਹਿਤ ਹੋ ਕੇ ਮੁਗਲ ਸੈਨਾ ਜੋ ਸੀ ਉਹ ਨਾਦਰ ਸ਼ਾਹ ਈਰਾਨੀ ਦੀਆਂ ਸੈਨਾਵਾਂ ਨੂੰ ਨਿਰੰਤਰ ਲਗਾਤਾਰ ਲਲਕਾਰ ਰਹੀ ਸੀ। ਭਾਵ ਦੋਹੇਂ ਧਿਰਾਂ ਜੋ ਸਨ ਮੈਦਾਨੇ ਜੰਗ ਦੇ ਵਿੱਚ ਜੌਹਰ ਵਿਖਾ ਰਹੀਆਂ ਸਨ, ਔਰ ਬਰਾਬਰ ਦੀ ਟੱਕਰ ਵਾਲੀਆਂ ਧਿਰਾਂ ਸਨ। ਮੁਜ਼ੱਫਰ ਛੋੜ ਅਸਵਾਰਾਂ ਰਲਿਆ ਬੀਰ ਖੇਤ। ਮੁਜ਼ੱਫਰ ਹੈ ਖਾਨ ਦੌਰਾਂ ਦਾ ਜੋ ਭਰਾ ਸੀ, ਉਹ ਜੋ ਸੀ ਇੱਕਦਮ ਮੈਦਾਨੇ ਜੰਗ ਦੇ ਵਿੱਚ ਦੁਸ਼ਮਣ ਦਾ ਸਾਹਮਣਾ ਕਰਦਾ ਹੋਇਆ, ਦੁਸ਼ਮਣ ਦਾ ਆਹੂ ਲਾਉਂਦਾ ਹੋਇਆ ਰਲਿਆ ਬੀਰ ਖੇਤ, ਭਾਵ
ਵੀਰ ਗਤੀ ਨੂੰ ਪ੍ਰਾਪਤ ਹੋ ਜਾਂਦਾ ਹੈ। ਜਿਵੇਂ ਬਾਜ ਪਿਆ ਵਿੱਚ ਡਾਰਾਂ ਰਣ ਸ਼ਦਾਦ ਖਾਂ। ਇੱਕ ਦਾ ਭਾਵ ਇੱਕ ਸੈਨਾਪਤੀ ਅਚਾਨਕ ਜੋ ਹੈ ਮੈਦਾਨੇ ਜੰਗ ਦੇ ਵਿੱਚ ਕੰਮ ਆ ਜਾਂਦਾ ਹੈ, ਭਾਵ ਸ਼ਹਾਦਤ ਪ੍ਰਾਪਤ ਕਰ ਜਾਂਦਾ ਹੈ, ਅਤੇ ਉਸੇ ਪਲ ਹੀ ਬਿਨਾਂ ਅੱਖ ਝਪਕੇ ਜਿਵੇਂ ਡਾਰਾਂ ਚਿੜੀਆਂ ਦੀਆਂ ਉੜਦੀਆਂ ਪੰਛੀਆਂ ਦੀਆਂ ਡਾਰਾਂ 'ਤੇ ਬਾਜ ਜੋ ਹੈ ਝਪਟਾ ਮਾਰ ਕੇ ਉਹਨਾਂ ਦਾ ਨੂੰ ਸ਼ਿਕਾਰ ਬਣਾ ਲੈਂਦਾ ਹੈ, ਠੀਕ ਇਸੇ ਤਰ੍ਹਾਂ ਰਣ ਜੋ ਸ਼ਦਾਦ ਖਾਂ ਸੀ ਮੁਜ਼ੱਫਰ ਦੇ ਅਚਾਨਕ ਮੈਦਾਨੇ ਜੰਗ ਦੇ ਵਿੱਚ ਸ਼ਹੀਦ ਹੋਣ ਦੇ ਨਾਲ ਹੀ ਇੱਕਦਮ ਸ਼ਦਾਦ ਖਾਂ ਜੋ ਹੈ ਮੈਦਾਨੇ ਜੰਗ ਦੇ ਵਿੱਚ ਰਣ ਭੂਮੀ ਦੇ ਵਿੱਚ ਆ ਕੇ ਦੁਸ਼ਮਣ ਦੀਆਂ ਸੈਨਾਵਾਂ 'ਤੇ ਇਸ ਤਰ੍ਹਾਂ ਝਪਟਾ ਮਾਰਦਾ ਹੈ, ਭਾਵ ਉਹਨਾਂ ਦੇ ਆਹੂ ਲਾਉਂਦਾ ਹੈ, ਜਿਸ ਤਰ੍ਹਾਂ ਪੰਛੀਆਂ ਦੀ ਡਾਰ ਦੇ ਉੱਤੇ ਬਾਜ ਝਪਟਾ ਮਾਰ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ। ਤਲਵਾਰਾਂ ਦੀਆਂ ਸ਼ਬਕਾਰਾਂ ਵਸੇ ਮੀਂਹ ਜਿਉਂ। ਕਵੀ ਕਹਿ ਰਿਹਾ ਹੈ ਕਿ ਤਲਵਾਰਾਂ ਦੀਆਂ ਸ਼ਬਕਾਰਾਂ ਤੋਂ ਭਾਵ ਹੈ ਲਗਾਤਾਰ ਨਿਰੰਤਰ ਇੱਕਦਮ ਤਲਵਾਰਾਂ ਜੋ ਸਨ ਚੱਲ ਰਹੀਆਂ ਸਨ। ਤਲਵਾਰਾਂ ਜੋ ਹਾਂ ਵਰਤੀਆਂ ਹੋਈਆਂ ਨਜ਼ਰ ਆ ਰਹੀਆਂ ਸਨ, ਵੱਜਦੀਆਂ ਹੋਈਆਂ ਨਜ਼ਰ ਆ ਰਹੀਆਂ ਸਨ, ਭਾਵ ਸੈਨਿਕ ਜਿਹੜੇ ਸਨ ਅਵੇਸਲੇ ਨਹੀਂ ਸਨ, ਆਪਣੇ ਹੱਥ ਵਿੱਚ ਫੜੇ ਹਥਿਆਰ ਨੂੰ ਆਪਣੇ ਦੁਸ਼ਮਣ ਦੇ ਨਿਰੰਤਰ ਜੋ ਹੈ ਆਹੂ ਲਾਉਂਦੇ ਜਾ ਰਹੇ ਸਨ ਉਸ ਹਥਿਆਰ ਦੇ ਨਾਲ। ਵਸੇ ਮੀਂਹ ਜਿਉਂ, ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਅਚਾਨਕ ਮੀਂਹ ਵਰਦਾ ਹੈ, ਠੀਕ ਇਸੇ ਤਰ੍ਹਾਂ ਮੈਦਾਨੇ ਜੰਗ ਦੇ ਵਿੱਚ ਤਲਵਾਰਾਂ ਜੋ ਸਨ ਵਰ ਰਹੀਆਂ ਸਨ। ਦੋ ਧੜ ਕਰਨ ਬਹਾਦਰਾਂ ਵਾਹਣ ਸਰਵਾਈਆਂ। ਅਤੇ ਮੈਦਾਨੇ ਜੰਗ ਦੇ ਵਿੱਚ ਸੈਨਿਕਾਂ ਦੇ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਸਰਵਾਈਆਂ ਤੋਂ ਭਾਵ ਹੈ ਜਿਹੜੀਆਂ ਸਿਰ ਨੂੰ ਜੋ ਹੈ ਕਲਮ ਕਰ ਦੇਣ ਵਾਲੀਆਂ ਤਲਵਾਰਾਂ ਹੀ ਇਸ ਨੂੰ ਕਿਹਾ ਜਾਂਦਾ ਹੈ। ਵਾਹਣ, ਸੈਨਿਕ ਜਿਹੜੇ ਸਨ ਆਪਣੇ ਹੱਥਾਂ ਵਿੱਚ ਫੜੀਆਂ ਹੋਈਆਂ ਸਰਵਾਈਆਂ ਭਾਵ ਤਲਵਾਰਾਂ ਨੂੰ ਇਸ ਤਰ੍ਹਾਂ ਵਾਹ ਰਹੇ ਸਨ, ਵਰਤੋਂ ਵਿੱਚ ਲਿਆ ਰਹੇ ਸਨ ਕਿ ਦੂਜੀ ਧਿਰ ਦੇ ਜੋ ਬਹਾਦਰ ਸੈਨਿਕ ਸਨ ਉਹਨਾਂ ਦੇ ਦੋ ਧੜ ਯਾਨੀ ਕਿ ਧੜ ਦੇ ਦੋ ਟੋਟੇ ਕਰ ਦਿੰਦੇ ਸਨ, ਸਿਰ ਵੱਖਰਾ ਅਤੇ ਧੜ ਅਲੱਗ। ਜਿਵੇਂ ਟਿੰਡਾਂ ਲਾ ਘੁਮਿਆਰਾਂ ਧਰੀਆਂ ਚੌਂਕ ਤੋਂ। ਅਤੇ ਇਸ ਤਰ੍ਹਾਂ ਲੱਗ ਰਿਹਾ ਸੀ ਮੈਦਾਨੇ ਜੰਗ ਦੇ ਵਿੱਚ ਧੜ ਅਤੇ ਸਿਰ ਜਿਹੜੇ ਸਨ ਉਹ ਬਿਖਰੇ ਹੋਏ ਖਿਲਰੇ ਹੋਏ ਇਸ ਤਰ੍ਹਾਂ ਢੇਰ ਲੱਗੇ ਹੋਏ ਸਨ, ਜਿਸ ਤਰ੍ਹਾਂ ਘੁਮਿਆਰ ਜੋ ਹਨ ਭਾਂਡੇ ਬਣਾ ਕੇ ਟਿੰਡਾਂ ਜਿਹੜੀਆਂ ਨੇ ਪੁਰਾਣੇ ਖੂਹਾਂ ਦੇ ਵਿੱਚ ਟਿੰਡਾਂ ਵਰਤੋਂ ਵਿੱਚ ਲਿਆਂਦੀਆਂ ਜਾਂਦੀਆਂ ਸਨ, ਭਾਵ ਟਿੰਡਾਂ ਵਾਲੇ ਖੂਹ ਹੁੰਦੇ ਸਨ। ਟਿੰਡਾਂ ਦੁਆਰਾ ਪਾਣੀ ਭਰ ਕੇ ਬਾਹਰ ਪਰਨਾਲੇ ਦੇ ਵਿੱਚ ਸੁੱਟਿਆ ਜਾਂਦਾ ਸੀ ਅਤੇ ਇਸ ਤਰ੍ਹਾਂ ਉਹ ਪਾਣੀ ਜਿਹੜੀ ਸੀ ਅੱਗੇ ਉਸ ਦੀ ਸਪਲਾਈ ਹੁੰਦੀ ਸੀ। ਇਹ ਟਿੰਡਾਂ ਵਾਲੇ ਖੂਹ ਹੁੰਦੇ ਸਨ ਅਤੇ ਟਿੰਡਾਂ ਉਸ ਵੇਲੇ ਕਿਉਂਕਿ ਮਿੱਟੀ ਦੇ ਦੀਆਂ ਬਣੀਆਂ ਹੁੰਦੀਆਂ ਸਨ ਔਰ ਘੁਮਿਆਰਾਂ ਦੁਆਰਾ ਬਣਾਈਆਂ ਜਾਂਦੀਆਂ ਸਨ, ਕਿਉਂਕਿ ਇੱਕ ਖੂਹ ਦੇ ਵਿੱਚ ਸੈਂਕੜੇ ਹੀ ਟਿੰਡਾਂ ਵਰਤੋਂ ਵਿੱਚ ਲਿਆਂਦੀਆਂ ਜਾਂਦੀਆਂ ਸਨ। ਅਤੇ ਠੀਕ ਉਹਨਾਂ ਟਿੰਡਾਂ ਨੂੰ ਬਣਾਉਣ ਦੇ ਲਈ ਘੁਮਿਆਰ ਜਿਹੜੇ ਸਨ ਜਦੋਂ ਟਿੰਡਾਂ ਲਾ ਕੇ ਰੱਖਦੇ ਸਨ ਅਤੇ ਇੱਕ ਤਰ੍ਹਾਂ ਦੇ ਨਾਲ ਜੋ ਜਗ੍ਹਾ ਹੁੰਦੀ ਸੀ ਉਹ ਭਰ ਜਾਂਦੀ ਸੀ। ਅਤੇ ਕਵੀ ਕਹਿ ਰਿਹਾ ਹੈ ਇੱਕ ਤਰ੍ਹਾਂ ਦੇ ਨਾਲ ਇਸ ਨੂੰ ਤੁਲਨਾ ਰਿਹਾ ਹੈ। ਇੱਥੇ ਉਪਮਾ ਅਤੇ ਰੂਪਕ ਦੋਵੇਂ ਅਲੰਕਾਰ ਇਕੱਠੇ ਆ ਜਾਂਦੇ ਹਨ ਕਿ ਸੈਨਿਕਾਂ ਨੇ ਜੋ ਸਨ ਆਪਣੇ ਦੁਸ਼ਮਣ ਦੇ ਸਿਰਾਂ ਦੇ ਇਸ ਤਰ੍ਹਾਂ ਆਹੂ ਲਾ ਕੇ ਢੇਰ ਲਾ ਦਿੱਤੇ ਸਨ, ਜਿਵੇਂ ਘੁਮਿਆਰਾਂ ਨੇ ਟਿੰਡਾਂ ਘੜ ਕੇ ਆਵੀ 'ਤੇ ਚੜਾ ਕੇ ਧਰੀਆਂ ਚੌਂਕ ਤੋਂ, ਭਾਵ ਜਿਹੜੀ ਆਵੀ ਹੁੰਦੀ ਹੈ ਜਿਸ 'ਤੇ ਟਿੰਡਾਂ ਪਕਾਈਆਂ ਜਾਂਦੀਆਂ ਹਨ ਉਸ ਤੋਂ ਉਤਾਰ ਕੇ ਜਦੋਂ ਟਿੰਡਾਂ ਤਿਆਰ ਹੋ ਜਾਂਦੀਆਂ ਹਨ ਅਤੇ ਮੈਦਾਨ ਦੇ ਵਿੱਚ ਰੱਖੀਆਂ ਹੁੰਦੀਆਂ ਹਨ। ਇਸੇ ਤਰ੍ਹਾਂ ਮੈਦਾਨੇ ਜੰਗ ਦੇ ਵਿੱਚ ਸਿਰਾਂ ਦੇ ਜਾਂ ਧੜਾਂ ਦੇ ਢੇਰ ਨਜ਼ਰ ਆ ਰਹੇ ਸਨ। ਤਿਵੇਂ ਸਿਰੀਆਂ ਬੇਸ਼ੁਮਾਰਾਂ ਕੱਟੇ ਰੁਲਦੀਆਂ, ਭਾਵ ਜਿਸ ਤਰ੍ਹਾਂ ਮੈਦਾਨ ਦੇ ਵਿੱਚ ਜਾਂ ਘੁਮਿਆਰ ਜੋ ਹੈ ਘਰ ਦੇ ਵਿੱਚ ਟਿੰਡਾਂ ਦੇ ਢੇਰ ਲਾ ਦਿੰਦਾ ਹੈ, ਠੀਕ ਇਸੇ ਤਰ੍ਹਾਂ ਜੋ ਸੈਨਿਕ ਸਨ ਉਹਨਾਂ ਦੇ ਸਿਰ ਜਿਹੜੇ ਸਨ ਉਹ ਧੜ ਨਾਲੋਂ ਵੱਖਰੇ ਹੋ ਕੇ ਬੇਸ਼ੁਮਾਰ ਅਣਗਿਣਤ ਜਿਨ੍ਹਾਂ ਨੂੰ ਗਿਣਿਆ ਹੀ ਨਹੀਂ ਜਾ ਸਕਦਾ ਸੀ ਉਹ ਮਿੱਟੀ ਘੱਟੇ ਦੇ ਵਿੱਚ ਮੈਦਾਨ ਦੇ ਵਿੱਚ ਰੁਲ ਰਹੇ ਸਨ। ਜਿਉਂ ਤਰਬੂਜ ਬਾਜ਼ਾਰਾਂ ਦਿਸਣ ਢੇਰੀਆਂ। ਦੂਜੇ ਸ਼ਬਦਾਂ ਦੇ ਵਿੱਚ ਫਿਰ ਕਵੀ ਜੋ ਹੈ ਦ੍ਰਿਸ਼ਟਾਂਤ ਦੇ ਰਿਹਾ ਹੈ ਜਿਉਂ ਕਿਵੇਂ ਰੁਲ ਰਹੇ ਸਨ, ਜਿਸ ਤਰ੍ਹਾਂ ਬਾਜ਼ਾਰ ਦੇ ਵਿੱਚ ਤਰਬੂਜ ਦੇ ਢੇਰ ਲੱਗੇ ਹੁੰਦੇ ਹਨ, ਦਵਾਣਿਆਂ ਦੇ ਢੇਰ ਲੱਗੇ ਹੁੰਦੇ ਹਨ, ਠੀਕ ਇਸੇ ਤਰ੍ਹਾਂ ਮੈਦਾਨੇ ਜੰਗ ਦੇ ਵਿੱਚ ਸੈਨਿਕਾਂ ਦੇ ਸਿਰ ਜਿਹੜੇ ਸਨ ਉਹਨਾਂ ਦੇ ਢੇਰ ਲੱਗੇ ਹੋਏ ਨਜ਼ਰ ਆ ਰਹੇ ਸਨ। ਕਿਉਂਕਿ ਇਹ ਕਵਿਤਾ ਜੋ ਹੈ ਕਾਫੀ ਲੰਬੀ ਹੈ ਇਸ ਲਈ ਇਸ ਨੂੰ ਅਸੀਂ ਦੋ ਭਾਗਾਂ ਦੇ ਵਿੱਚ ਵੰਡ ਕੇ ਕਰਾਂਗੇ ਅਤੇ ਅਗਲਾ ਭਾਗ ਅਸੀਂ ਅਗਲੇ ਵੀਡੀਓ ਦੇ ਵਿੱਚ ਪੇਸ਼ ਕਰਾਂਗੇ। ਤਦ ਤੱਕ ਲਈ ਇਜਾਜ਼ਤ, ਧੰਨਵਾਦ।